ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਇੱਕ ਦਿਨ ਗੁਰੂ ਜੀ ਦੇ ਦਰਸ਼ਨਾਂ ਨੂੰ ਆਈ ਸੰਗਤ ਨੇ ਦੱਸਿਆ ਕਿ ਦਰਿਆ ਤੋਂ ਪਾਰ ਪਿੰਡ ਬਜਰੂੜ ਦੇ ਲੋਕਾਂ ਨੇ ਉਹਨਾਂ ਦਾ ਸਭ ਕੁਝ ਲੁੱਟ ਲਿਆ ਹੈ। ਕਈ ਸਿੱਖਾਂ ਨੂੰ ਉਹਨਾਂ ਨੇ ਮਾਰ ਦਿੱਤਾ ਹੈ। ਸੰਗਤ ਪਾਸੋਂ ਇਹ ਵਾਰਦਾਤ ਸੁਣ ਕੇ ਗੁਰੂ ਜੀ ਨੂੰ ਬਹੁਤ ਕ੍ਰੋਧ ਚੜਿਆ ਅਤੇ ਦੂਸਰੇ ਦਿਨ ਸ਼ਿਕਾਰ ਦੇ ਬਹਾਨੇ ਰਣਜੀਤ ਨਗਾਰਾ ਵਜਾ ਕੇ ਬਜਰੂੜ ਉੱਤੇ ਚੜ੍ਹਾਈ ਕਰ ਦਿੱਤੀ। ਦਰਿਆ ਪਾਰ ਕਰਕੇ ਸਿੰਘਾਂ ਨੇ ਬਜਰੂੜ ਪਿੰਡ ਨੂੰ ਘੇਰਾ ਪਾ ਲਿਆ। ਉੱਥੋਂ ਦੇ ਵਸਨੀਕ ਗੁੱਜਰ ਤੇ ਰਗੜ ਆਪਣੇ ਹਥਿਆਰ ਲੈ ਕੇ ਇੱਕ ਛੋਟੇ ਜਿਹੇ ਕਿਲੇ ਵਿੱਚ ਮੁਕਾਬਲਾ ਕਰਨ ਵਾਸਤੇ ਬੈਠ ਗਏ। ਸਿੰਘ ਵੇਲਾ ਤਾੜ ਕੇ ਕਿਲੇ ਦੀ ਕੰਧ ਟੱਪ ਕੇ ਅੰਦਰ ਵੜ ਗਏ ਅਤੇ ਤਲਵਾਰਾਂ ਨਾਲ ਵੈਰੀਆਂ ਦੀ ਬਹੁਤ ਕੱਟਾ ਵੱਢੀ ਕੀਤੀ। ਆਪਣਾ ਬੁਰਾ ਹਾਲ ਹੁੰਦਾ ਵੇਖ ਕੇ ਗੁੱਜਰਾਂ ਤੇ ਰਗੜਾਂ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਸਾਨੂੰ ਬਖਸ਼ ਦਿਓ, ਅੱਗੇ ਤੋਂ ਅਸੀਂ ਤੁਹਾਡੇ ਸੇਵਕਾਂ ਨੂੰ ਕਦੀ ਕੁਛ ਨਹੀਂ ਆਖਾਂਗੇ। ਉਹਨਾਂ ਦੀ ਬੇਨਤੀ ਮੰਨ ਕੇ ਗੁਰੂ ਜੀ ਨੇ ਉਹਨਾਂ ਦੀ ਜਾਨ ਬਖਸ਼ ਕਰ ਦਿੱਤੀ। ਪਰ ਸਿੰਘਾਂ ਨੇ ਉਹਨਾਂ ਤੋਂ ਸ਼ਸਤਰ ਖੋਲੇ ਅਤੇ ਕਿਲਾ ਢਾ ਦਿੱਤਾ, ਘਰ-ਬਾਰ ਲੁੱਟ ਲਏ ਅਤੇ ਆਪਣੇ ਸ਼ਹੀਦਾਂ ਦਾ ਸੰਸਕਾਰ ਕਰਕੇ ਜ਼ਖਮੀਆਂ ਨੂੰ ਨਾਲ ਲੈ ਕੇ ਆਨੰਦਪੁਰ ਆ ਗਏ। ਇਹਨਾਂ ਖਬਰਾਂ ਨੂੰ ਸੁਣ ਕੇ ਸਿੰਘਾਂ ਦੇ ਬਲ ਦੀਆਂ ਸਾਰੇ ਇਲਾਕੇ ਵਿੱਚ ਧੂਮਾਂ ਪੈ ਗਈਆਂ। ਅੱਗੇ ਤੋਂ ਕਿਸੇ ਪਿੰਡ ਵਾਲਿਆਂ ਨੇ ਵੀ ਰਸਤੇ ਵਿੱਚ ਆਉਂਦੀ ਸੰਗਤ ਨਾਲ ਕਦੇ ਛੇੜਖਾਨੀ ਨਾ ਕੀਤੀ। ਇੱਕ ਵਾਰ ਹੋਲੇ ਦੇ ਮੇਲੇ ਉੱਤੇ ਇਕੱਤਰ ਹੋਈਆਂ ਸੰਗਤਾਂ ਵਿੱਚੋਂ ਇੱਕ ਸਿੱਖ ਨੇ ਉੱਠ ਕੇ ਬੇਨਤੀ ਕੀਤੀ ਕਿ ਮਹਾਰਾਜ, ਸੰਗਤਾਂ ਵਿੱਚੋਂ 2 ਸਿੱਖ ਬੀਬੀਆਂ ਕਿਸੇ ਪਰਾਏ ਪੁਰਸ਼ ਨਾਲ ਚਲੀਆਂ ਗਈਆਂ ਹਨ। ਗੁਰੂ ਜੀ ਨੇ ਫਰਮਾਇਆ, ਮੇਲਿਆਂ ਵਿੱਚ 2 ਪ੍ਰਕਾਰ ਦੇ ਪੁਰਸ਼ ਆਉਂਦੇ ਹਨ। ਇੱਕ ਉਹ ਜਿਹੜੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਉਹਨਾਂ ਦੇ ਬਚਨ ਸੁਣ ਕੇ ਆਪਣਾ ਜੀਵਨ ਸਫਲ ਕਰਦੇ ਹਨ ਅਤੇ ਦੂਜੇ ਉਹ ਜਿਹੜੇ ਪਾਪ ਕਰਮ ਕਰਕੇ ਆਪਣਾ ਅੱਗਾ ਵਿਗਾੜ ਲੈਂਦੇ ਹਨ। ਗੁਰੂ ਘਰ ਆਣ ਕੇ ਜੈਸਾ ਕੋਈ ਕਰਮ ਕਰੇਗਾ ਵੈਸਾ ਹੀ ਉਸ ਦਾ ਫਲ ਪਾਵੇਗਾ। ਜਿਹੜੇ ਪੁਰਸ਼ ਗੁਰੂ ਘਰ ਤਥਾ ਤੀਰਥਾਂ ਉੱਤੇ ਜਾ ਕੇ ਮਨ ਵਿੱਚ ਖੋਟੇ ਕੰਮ ਚਿੱਤ ਬੱਧੇ ਹਨ ਅਤੇ ਸਰੀਰ ਕਰਕੇ ਦੂਸਰਿਆਂ ਦੀਆਂ ਚੋਰੀਆਂ ਕਰਦੇ ਹਨ, ਉਹਨਾਂ ਨੂੰ ਚੋਹਰੇ ਪਾਪ ਕਰਮ ਦਾ ਫਲ ਮਿਲਦਾ ਹੈ। ਇਸ ਕਰਕੇ ਗੁਰੂ ਦਰਬਾਰ ਅਥਵਾ ਤੀਰਥ ਤੇ ਜਾ ਕੇ ਆਪਣੇ ਮਨ ਤਨ ਨੂੰ ਸ਼ੁੱਧ ਰੱਖਣਾ ਚਾਹੀਦਾ ਹੈ। ਇੱਕ ਦਿਨ ਸਿੱਖ ਗੁਰੂ ਜੀ ਦੀ ਹਜ਼ੂਰੀ ਵਿੱਚ ਦੱਖਣੀ ਓਂਕਾਰ ਦਾ ਪਾਠ ਕਰ ਰਿਹਾ ਸੀ। ਸਤਿਗੁਰ ਜੀ ਉਸ ਦੀ ਮਿੱਠੀ ਸੁੰਦਰ ਆਵਾਜ਼ ਨਾਲ ਬਾਣੀ ਦਾ ਪਾਠ ਬੜੇ ਪ੍ਰੇਮ ਨਾਲ ਸੁਣ ਰਹੇ ਸਨ। ਬਾਣੀ ਪੜ੍ਹੀ ਤਾਂ ਆਪ ਜੀ ਨੇ ਇੱਕ ਸੇਵਾਦਾਰ ਨੂੰ ਆਖਿਆ ਕਿ ਇਸ ਦੇ ਮੂੰਹ ਉੱਤੇ ਚਪੇੜ ਮਾਰ ਕੇ ਇਸ ਨੂੰ ਸਾਡੇ ਪਾਸੋਂ ਦੂਰ ਲੈ ਜਾਓ। ਜਦ ਇਹ ਗੱਲ ਹੋਈ ਤਾਂ ਸੰਗਤ ਨੇ ਬੜੇ ਹੈਰਾਨ ਹੋ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਇਸ ਸਿੱਖ ਨਾਲ ਤੁਸਾਂ ਇਸ ਤਰ੍ਹਾਂ ਕਿਉਂ ਕੀਤਾ ਹੈ? ਇਹ ਤਾਂ ਬੜੇ ਪ੍ਰੇਮ ਨਾਲ ਗੁਰਬਾਣੀ ਪੜ੍ਹ ਰਿਹਾ ਸੀ। ਗੁਰੂ ਜੀ ਨੇ ਦੱਸਿਆ ਕਿ ਇਹ ਸਿੱਖ ਬਾਣੀ ਦਾ ਪਾਠ ਗਲਤ ਕਰ ਰਿਹਾ ਸੀ, ਇਸ ਨਾਲ ਇਹ ਵਰਤਾਓ ਕੀਤਾ ਗਿਆ ਹੈ, ਜਿਸ ਦਾ ਗਲਤ ਅਰਥ ਇਹ ਬਣਦਾ ਹੈ ਕਿ ਕਰਤੇ ਦੀ ਮਹਿਮਾ ਕਰਤਾ ਹੀ ਜਾਣਦਾ ਹੈ, ਗੁਰੂ ਸੂਰਮਾ ਕੀ ਜਾਣ ਸਕਦਾ ਹੈ। ਸਵਾਲ ਇਹ ਹੈ, ਜੇਕਰ ਕਰਤੇ ਦੀ ਮਤੀ ਨੂੰ ਗੁਰੂ ਨਹੀਂ ਜਾਣ ਸਕਦਾ ਤਾਂ ਫਿਰ ਉਸ ਗੁਰੂ ਨੇ ਸਿੱਖਾਂ ਨੂੰ ਉਪਦੇਸ਼ ਕੀ ਦੇਣਾ ਹੈ? ਸੋ ਭਾਈ ਸਿੱਖੋ, ਗੁਰੂ ਕੀ ਬਾਣੀ ਦੇ ਸ਼ੁੱਧ ਪਾਠ ਦਾ ਬਹੁਤ ਵੱਡਾ ਮਹਾਤਮ ਹੈ। ਇਸ ਦਾ ਸ਼ੁੱਧ ਪਾਠ ਕਰਿਆ ਕਰੋ। ਇਸ ਤੁਕ ਦਾ ਸ਼ੁੱਧ ਪਾਠ ਇਹ ਹੈ, ਕਹਿ ਜਾਣੇ ਗੁਰੂ ਸੁਰਾ, ਜਿਸ ਦੇ ਅਰਥ ਹਨ ਕਰਤੇ ਦੀ ਮਹਿਮਾ ਕਰਤਾ ਆਪ ਜਾਣਦਾ ਹੈ ਜਾਂ ਸੂਰਮਾ ਗੁਰੂ ਜਾਣਦਾ ਹੈ। ਆਪ ਜੀ ਦੇ ਇਹ ਬਚਨ ਸੁਣ ਕੇ ਸਾਰੇ ਸਿੱਖਾਂ ਨੇ ਸ਼ੁੱਧ ਪਾਠ ਕਰਨ ਦਾ ਪ੍ਰਣ ਕਰ ਲਿਆ। ਇੱਕ ਦਿਨ ਗੁਰੂ ਜੀ ਦੀਵਾਨ ਵਿੱਚ ਸਜ ਰਹੇ ਸਨ ਕਿ ਇੱਕ ਸਿੱਖ ਨੇ ਬੇਨਤੀ ਕੀਤੀ, ਮਹਾਰਾਜ, ਮੈਂ ਸੁਖਮਣੀ ਸਾਹਿਬ ਦਾ ਪਾਠ ਕਰ ਰਿਹਾ ਸੀ। ਕੇਵਲ 2 ਅਸ਼ਟਪਦੀਆਂ ਪੜ੍ਹਨ ਵਾਲੀਆਂ ਬਾਕੀ ਸਨ ਕਿ ਕੀਰਤਨੀਏ ਨੇ ਆਣ ਕੇ ਕੀਰਤਨ ਆਰੰਭ ਕਰ ਦਿੱਤਾ। ਮੈਂ ਬਹੁਤ ਮਿਹਨਤਾਂ ਕੀਤੀਆਂ ਕਿ ਮੈਨੂੰ ਭੋਗ ਪਾ ਲੈਣ ਦਿਓ, ਪਰ ਇਹਨਾਂ ਨੇ ਮੇਰੀ ਇੱਕ ਨਾ ਮੰਨੀ ਤੇ ਕੀਰਤਨ ਕਰੀ ਗਏ। ਇਹਨਾਂ ਨੂੰ ਤਨਖਾਹ ਲਾਉਣੀ ਚਾਹੀਦੀ ਹੈ, ਇਹ ਤਨਖਾਹੀ ਹਨ। ਗੁਰੂ ਜੀ ਨੇ ਫਰਮਾਇਆ, ਭਾਈ ਤੂੰ ਹੌਲੀ ਪਾਠ ਕਰਕੇ ਸੰਗਤ ਨੂੰ ਭੁੰਨੇ ਹੋਏ ਦਾਣੇ ਚਵਾ ਰਿਹਾ ਸੀ, ਜਿਸ ਨਾਲ ਥੋੜੀ ਜਿਹੀ ਤ੍ਰਿਪਤੀ ਹੁੰਦੀ ਹੈ। ਰਾਗੀਆਂ ਦੇ ਕੀਰਤ ਨਾਲ
ਗੱਜ ਕੇ ਵਰਨ ਵਾਲੇ ਮੀਂਹ ਵਾਂਗੂ ਸਭ ਦੀ ਤ੍ਰਿਪਤੀ ਹੋ ਜਾਂਦੀ ਹੈ। ਕਲਯੁਗ ਵਿੱਚ ਕੀਰਤਨ ਤੇ ਨਾਮ ਹੀ ਪੁਰਸ਼ ਦਾ ਉਧਾਰ ਕਰਨ ਵਾਲੇ ਹਨ। ਜੋ ਸ਼ੁੱਧ ਮਨ ਨਾਲ ਕੀਰਤਨ ਕਰਦੇ ਅਤੇ ਸੁਣਦੇ ਹਨ, ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ। ਗੁਰੂ ਕੇ ਸ਼ਬਦ ਦੀ ਵਿਆਖਿਆ ਕਥਾ ਕਰਨ ਵਾਲਾ ਸੰਗਤ ਨੂੰ ਕੜਾਹ ਪੂੜੀ ਦਿੰਦਾ ਹੈ। ਐਸਾ ਬਖਤਾ ਤੇ ਸਰੋਤਾ ਦੋਵੇਂ ਹੀ ਸ਼ੁਭ ਗਤੀ ਨੂੰ ਪ੍ਰਾਪਤ ਹੁੰਦੇ ਹਨ। ਗੁਰੂ ਜੀ ਦੇ ਮੁਖਾਰਵਿੰਦ ਤੋਂ ਗੁਰਬਾਣੀ ਦੇ ਪਾਠ ਕਥਾ ਅਤੇ ਕੀਰਤਨ ਦਾ ਮਹਾਤਮ ਸੁਣ ਕੇ ਸਿੱਖ ਸੰਗਤ ਪ੍ਰਸੰਨਤਾ ਨਾਲ ਕੀਰਤਨ ਸੁਣਨ ਲੱਗੀ। ਇੱਕ ਦਿਨ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਸਿੱਖੀ ਕਿਤਨੇ ਪ੍ਰਕਾਰ ਦੀ ਹੈ? ਗੁਰੂ ਜੀ ਨੇ ਫਰਮਾਇਆ, ਸਿੱਖੀ 5 ਪ੍ਰਕਾਰ ਦੀ ਹੈ। ਨੰਬਰ 1 ਧੰਦੇ ਦੀ, ਜੋ ਕਿਸੇ ਧੰਦੇ ਵਾਸਤੇ ਮਨੋਰਥੀ ਸਿੱਖ ਬਣ ਜਾਵੇ। ਨੰਬਰ 2 ਦੇਖਾ ਦੇਖੀ ਦੀ, ਜੋ ਹੋਰ ਅੰਗ ਸਾਖਾਂ ਨੂੰ ਵੇਖ ਕੇ ਸਿੱਖ ਬਣ ਜਾਵੇ। ਨੰਬਰ 3 ਹਿਰਸ਼ ਦੀ, ਜੋ ਕਿਸੇ ਲਾਲਚ ਕਰਕੇ ਸਿੱਖੀ ਧਾਰਨ ਕਰ ਲਵੇ। ਨੰਬਰ 4 ਸਿਦਕ ਦੀ, ਜੋ ਗੁਰੂ ਉੱਤੇ ਸ਼ਰਧਾ ਭਾਵਨੀ ਕਰਕੇ ਸਿੱਖ ਬਣੇ। ਨੰਬਰ 5 ਭਾਵਨਾ ਦੀ, ਜੋ ਦੂਸਰੇ ਸਿੱਖਾਂ ਨਾਲ ਪਿਆਰ ਅਤੇ ਗੁਰੂ ਨੂੰ ਸਦਾ ਪ੍ਰੇਮ ਨਾਲ ਹਿਰਦੇ ਵਿੱਚ ਯਾਦ ਰੱਖਦਾ ਹੈ। 5 ਪ੍ਰਕਾਰ ਦੀ ਸਿੱਖੀ ਦਾ ਵੇਰਵਾ ਸੁਣ ਕੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਪਾਹੁਲ ਅਤੇ ਅੰਮ੍ਰਿਤ ਦਾ ਵੇਰਵਾ ਦੱਸੋ। ਗੁਰੂ ਜੀ ਨੇ ਫਰਮਾਇਆ, ਭਾਈ ਮੰਤਰ ਜੰਤਰ ਅਤੇ ਤੰਤਰ ਕਿਸੇ ਕਾਰਜ ਦੀ ਸਿੱਧੀ ਵਾਸਤੇ ਪ੍ਰਸਿੱਧ ਹਨ, ਪਰ ਵਾਹਿਗੁਰੂ ਮੰਤਰ ਜੋ 4 ਵਰਨਾਂ ਨੂੰ ਇੱਕ ਕਰਨ ਵਾਲਾ ਹੈ, ਇਸ ਨਾਲ ਸਾਰੇ ਕਾਰਜ ਸਿੱਧ ਹੋ ਜਾਂਦੇ ਹਨ। ਲੋਹੇ ਦਾ ਸ਼ਸਤਰ ਖੰਡਾ ਜਲ ਅਤੇ ਮਿਸ਼ਟਾਨ ਨਾਲ ਤਿਆਰ ਕੀਤਾ ਹੋਇਆ ਅੰਮ੍ਰਿਤ ਇੱਕ ਵੱਡਾ ਤੰਤਰ ਹੈ ਜੋ ਪੁਰਸ਼ ਨੂੰ ਬਲਵਾਨ ਕਰ ਦਿੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੁਣ ਤੱਕ ਗੁਰੂ ਘਰ ਵਿੱਚ ਚਰਨ ਪਾਹੁਲ ਦੇਣ ਦੀ ਮਰਜ਼ਾਦਾ ਸੀ, ਜਿਸ ਨਾਲ ਸਿੱਖ ਦੀ ਗੁਰੂ ਚਰਨਾਂ ਨਾਲ ਬਹੁਤ ਪ੍ਰੀਤੀ ਹੁੰਦੀ ਸੀ। ਚਰਨ ਧੋ ਕੇ ਉਸ ਉੱਤੇ ਗੁਰੂ ਮੰਤਰ ਪੜ੍ਹ ਕੇ ਸਿੱਖ ਨੂੰ ਪਿਲਾ ਦੇਣਾ ਅਤੇ ਭਜਨ ਕਰਨ ਦਾ ਉਪਦੇਸ਼ ਦੇਣਾ, ਇਹ ਕੇਵਲ ਮੰਤਰ ਦੇ ਬਲ ਨਾਲ ਸਤੋ ਗੁਣੀ ਚਰਨ ਮਿਰਤ ਬਣਾ ਦਿੰਦਾ ਹੈ। ਪਰੰਤੂ ਜਲ ਤੇ ਮਿਸ਼ਟਾਨ ਲੋਹੇ ਦੇ ਬਾਟੇ ਵਿੱਚ ਪਾ ਕੇ ਉਸ ਵਿੱਚ ਲੋਹੇ ਦਾ ਖੰਡਾ ਫੇਰ ਕੇ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ। ਇਹ ਤੰਤਰ ਹੈ ਜਿਸ ਤੋਂ ਬਿਜਲੀ ਵਾਂਗੂ ਇੱਕ ਅਜਿਹੀ ਸ਼ਕਤੀ ਪੈਦਾ ਹੁੰਦੀ ਹੈ ਜੋ ਅੰਮ੍ਰਿਤ ਛਕਣ ਵਾਲੇ ਦੇ ਅੰਦਰ ਵੀਰ ਰਸ ਤੇ ਧਰਮ ਦੀ ਦ੍ਰਿੜਤਾ ਭਰ ਦਿੰਦੀ ਹੈ। ਇਸ ਅੰਮ੍ਰਿਤ ਤਿਆਰ ਕਰਨ ਸਮੇਂ ਜੋ ਗੁਰਬਾਣੀ ਦਾ ਪਾਠ ਇੱਕ ਮਨ ਹੋ ਕੇ ਸਿੰਘ ਕਰਦੇ ਹਨ, ਉਹ ਮੰਤਰ ਹੈ। 5 ਕੱਕੇ ਜੋ ਧਾਰਨ ਕਰਾਏ ਜਾਂਦੇ ਹਨ, ਇਹ ਜੰਤਰ ਹੈ। ਸੋ ਇਹਨਾਂ ਤਿੰਨਾਂ ਤੰਤਰ ਮੰਤਰ ਤੇ ਜੰਤਰ ਦੇ ਇਕੱਠ ਨਾਲ ਇੱਕ ਤ੍ਰਿਗੁਣੀ ਬਲਵਾਨ ਸ਼ਕਤੀ ਪੈਦਾ ਹੋ ਜਾਂਦੀ ਹੈ। ਇਸ ਵਾਸਤੇ ਖੰਡੇ ਦਾ ਅੰਮ੍ਰਿਤ ਚਰਨ ਮ੍ਰਿਤ ਨਾਲੋਂ ਕਈ ਹਿੱਸੇ ਵਧੇਰੇ ਸ਼ਕਤੀ ਰੱਖਦਾ ਹੈ।